ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। FIFA ਵਰਲਡ ਕੱਪ ਕਤਰ ਦੇ ਵਿੱਚ ਜੋ ਇਸ ਟਾਈਮ ਚੱਲ ਰਿਹਾ ਹੈਗਾ, ਉਸ ਦੀਆਂ ਜਿਹੜੀਆਂ ਅੱਜ ਦੀਆਂ ਅਪਡੇਟਸ ਲੈ ਕੇ ਹਾਜ਼ਰ ਆ। ਅੱਜ 30 ਤਰੀਕ ਆ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰ ਵਾਰ ਦੀ ਤਰ੍ਹਾਂ ਰੋਜ਼ਾਨਾ ਦੀ ਤਰ੍ਹਾਂ ਅਰਸ਼ਦੀਪ ਸਿੰਘ ਜੀ। ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅਰਸ਼ਦੀਪ ਸਿੰਘ ਜੀ, ਕਾਫੀ ਕੁਛ ਅੱਜ ਜਿਹੜਾ ਹੋਇਆ ਗਰੁੱਪ ਸਟੇਜਾਂ ਦੇ ਜਿਹੜੇ ਫਾਈਨਲ ਤੀਸਰਾ ਮੈਚ ਹੁੰਦਾ ਹੈ, ਕੁਛ ਨਾ ਕੁਛ ਕਮਾਲ ਹੋ ਹੀ ਜਾਂਦੀ ਆ। ਅੱਜ ਵੀ ਜਿਹੜੀਆਂ ਦੋਨਾਂ ਗਰੁੱਪਾਂ ਦੇ ਵਿੱਚ ਉਲਟ ਫੇਰ ਵੀ ਆਪਾਂ ਦੇਖੇ ਆ ਤੇ ਕਈਆਂ ਦੇ ਦਿਲ ਟੁੱਟੇ ਆ, ਕਈਆਂ ਦੇ ਦਿਲ ਜੁੜ ਗਏ ਆ। ਸੋ ਦੱਸਿਓ ਫਿਰ ਅੱਜ ਕੀ ਕੀ ਵਾਪਰਿਆ ਜੀ। ਹਾਂਜੀ, ਇੱਕ ਤਾਂ ਜਿਹੜਾ ਗਰੁੱਪ ਸੀ ਤੇ ਡੀ ਦੀ ਅੱਜ ਗੇਮ ਸੀਗੀਆਂ ਹਨਾ, ਚਾਰੇ ਟੀਮਸ ਦਾ ਸੀਗਾ ਚਾਂਸ ਮੈਥਮੈਟਿਕਲੀ ਵੀ ਉਹ ਕੁਆਲੀਫਾਈ ਕਰ ਸਕਦੀਆਂ ਸੀਗੀਆਂ। ਸੋ ਉਹਦੇ ਕਰਕੇ ਜ਼ਿਆਦਾ ਜ਼ੋਰ ਲੱਗਿਆ ਸੀ, ਗੇਮ ਜ਼ਿਆਦਾ ਇੰਟਰਸਟਿੰਗ ਸੀ ਹਨਾ। ਤੇ ਗਰੁੱਪ ਡੀ ਦੀ ਅਪਡੇਟ ਇਹ ਆ ਵੀ ਆਸਟ੍ਰੇਲੀਆ ਨੇ ਡੈਨਮਾਰਕ ਨੂੰ ਹਰਾ ਕੇ ਉਹ ਚਲੇ ਗਏ ਨੇ ਅੱਗੇ। ਆਪਾਂ ਕੱਲ ਕਹਿੰਦੇ ਸੀ, ਤੁਸੀਂ ਕਹਿੰਦੇ ਸੀ ਕਿ ਡੈਨਮਾਰਕ ਜਿੱਤੂਗੀ, ਜਿੱਤੀ ਹੋਗੀ। ਹਾਂ, ਤੇ ਗਰੁੱਪ ਉਹਦੇ ਇਸੇ ਗਰੁੱਪ ਚ ਟਿਊਨੀਸ਼ੀਆ ਨੇ ਫਰਾਂਸ ਨੂੰ ਹਰਾਤਾ ਹਨਾ, ਜਿਹੜੇ ਫੇਵਰੇਟ ਨੇ, ਜਿਹੜੀ ਆਪਾਂ ਈਜ਼ੀ ਗੇਮ ਮੰਨਦੇ ਸੀਗੇ ਫਰਾਂਸ ਦੇ ਲਈ ਕੱਲ ਹਨਾ। ਹਾਂ, ਫਰਾਂਸ ਦੇ ਲਈ ਈਜ਼ੀ ਮੰਨਦੇ ਸੀ ਬਟ ਫੇਵਰੇਟ ਸੀ। ਪਰ ਫਰਾਂਸ ਨੇ ਚੇਂਜਸ ਬਹੁਤ ਕੀਤੀਆਂ ਸੀ ਹਨਾ। ਆਲਮੋਸਟ ਦੂਜੀ ਟੀਮ ਖੇਲਦੀ ਸੀ ਉਹਦੀ ਬੀ ਟੀਮ, ਉਹਦੇ ਨਾਲ ਫਰਕ ਪੈ ਜਾਂਦਾ ਬਹੁਤ। ਤੇ ਗਰੁੱਪ ਸੀ ਚ ਪੋਲੈਂਡ ਹਾਰ ਗਿਆ ਅਰਜਨਟੀਨਾ ਤੋਂ 2-0 ਨਾਲ, ਤੇ ਸਾਊਦੀ ਅਰੇਬੀਆ ਹਾਰ ਗਿਆ ਮੈਕਸੀਕੋ ਤੋਂ 2-1 ਨਾਲ। ਪਰ ਇਹ ਗਰੁੱਪ ਬਹੁਤ ਜ਼ਿਆਦਾ ਸੀਗਾ ਐਂਡ ਤੱਕ ਹਨਾ। ਹਾਂ, ਕਿਉਂਕਿ ਮੈਚ ਜਿਹੜਾ ਅਰਜਨਟੀਨਾ ਤੇ ਪੋਲੈਂਡ ਵਾਲਾ ਮੁੱਕ ਗਿਆ ਪਹਿਲਾਂ। ਹਾਂਜੀ, 3 ਮਿੰਟ ਮੈਕਸੀਕੋ ਤੇ ਸਾਊਦੀ ਅਰੇਬੀਆ ਦੇ ਪਏ ਸੀਗੇ। ਉਸ ਟਾਈਮ ਦੇ ਉੱਤੇ ਮੈਕਸੀਕੋ 2-0 ਨਾਲ ਲੀਡ ਕਰਦਾ ਪਿਆ ਸੀਗਾ। ਮੈਂ ਕਿਹਾ ਵੀ ਮੈਥਮੈਟੀਸ਼ੀਅਨਾਂ ਦਾ ਜ਼ੋਰ ਲੱਗਾ ਪਿਆ ਸੀਗਾ ਵੀ ਇਸ ਵਾਰ ਯੈਲੋ ਕਾਰਡਾਂ ਦੇ ਉੱਤੇ ਕੌਣ ਕੁਆਲੀਫਾਈ ਕਰਦਾ ਆ, ਫੇਅਰ ਗੇਮ ਤੇ ਜਾਣਾ ਆ, ਗੋਲ ਡਿਫਰੈਂਸ ਤੇ ਜਾਣਾ ਆ। ਜ਼ੋਰ ਲੱਗਾ ਪਿਆ ਸੀਗਾ, ਅਰਦਾਸਾਂ ਹੋ ਰਹੀਆਂ ਸੀ ਆਡੀਅנס ਦੇ। ਬਿਲਕੁਲ ਹਨਾ। ਤੇ ਇਹ ਗੇਮ ਸ਼ੁਰੂ ਤੋਂ ਹੀ ਜਦੋਂ ਹਾਫ ਟਾਈਮ ਚ ਦੋਨੇ ਗੇਮਸ 0-0 ਸੀਗੀਆਂ, ਜਦੋਂ ਦੋਨੇ ਟੀਮਸ ਗਈਆਂ ਹੋਣੀਆਂ ਹਾਫ ਟਾਈਮ ਚ ਟੀਮ ਟਾਕ ਲਈ, ਤਾਂ ਉਦੋਂ 0-0 ਸੀਗਾ ਹਨਾ। ਤੇ ਪੋਲੈਂਡ ਤੇ ਅਰਜਨਟੀਨਾ ਕੁਆਲੀਫਾਈ ਕਰ ਰਹੀਆਂ ਸੀ, ਮੈਕਸੀਕੋ ਬਾਹਰ ਹੋ ਰਹੀ ਸੀ ਹਨਾ। ਤੇ ਬਟ ਐਂਡ ਤੇ ਫਿਰ ਜਦੋਂ ਗੋਲ ਹੋਣੇ ਸ਼ੁਰੂ ਹੋਏ, ਫਿਰ ਗੋਲ ਹੋ ਗਏ ਹਨਾ। ਤੇ ਟਿਊਨੀਸ਼ੀਆ ਨੇ ਲੀਡ ਕੀਤਾ ਪਹਿਲਾਂ ਤਾਂ ਫਰਾਂਸ ਨੂੰ ਹਨਾ 60ਵੇਂ ਮਿੰਟ ਚ। ਫਿਰ ਮੈਕਸੀਕੋ ਤੇ ਵੀ ਪ੍ਰੈਸ਼ਰ ਬੜਾ, ਮੈਕਸੀਕੋ ਨੇ ਪਹਿਲਾਂ ਨਾਲ ਗੋਲ ਸਕੋਰ ਕੀਤੇ ਪਹਿਲਾਂ ਹਨਾ, 2 ਗੋਲ ਉਹਨਾਂ ਨੇ ਕਰ ਲਏ ਸੀ। ਤਾਂ ਉਹ ਤਾਂ ਲੱਗਦਾ ਸੀ ਵੀ ਉਹਨਾਂ ਨੇ 2 ਆਫਸਾਈਡ ਗੋਲ ਵੀ ਉਹਨਾਂ ਦੇ ਹੋ ਗਏ, 4 ਗੋਲ ਵੈਸੇ ਉਹਨਾਂ ਨੇ ਸੈਕਿੰਡ ਹਾਫ ਕੀਤੇ। ਹਾਂ, ਤੇ ਗੇਮ ਬਹੁਤ ਵਧੀਆ ਸੀਗੀ ਮੈਕਸੀਕੋ ਵਾਲੀ। ਇਹਦੇ ਚ ਸਾਊਦੀ ਅਰੇਬੀਆ ਮੈਕਸੀਕੋ, ਇਹ ਚ ਪੂਰਾ ਇੰਨਾ ਮੈਕਸੀਕੋ ਹੁਣ ਤੱਕ ਖੇਡੀ ਨਹੀਂ ਸੀ ਵਧੀਆ ਜਿੰਨਾ ਅੱਜ ਦੇ ਗੇਮ ਚ ਉਹਨਾਂ ਨੇ ਜ਼ੋਰ ਲਾਇਆ। ਸ਼ਾਇਦ ਜੇ ਪਹਿਲਾਂ ਇੱਕ ਦੀ ਗੇਮ ਚ ਲਾ ਲੈਂਦੇ, ਇਹਨਾਂ ਡਿਫੈਂਸਿਵ ਨਾ ਖੇਡਦੇ ਤਾਂ ਇਹ ਸਿਚੁਏਸ਼ਨ ਚ ਨਾ ਪਹੁੰਚਦੇ। ਅਰਜਨਟੀਨਾ ਖਿਲਾਫ ਬਹੁਤ ਜ਼ਿਆਦਾ ਡਿਫੈਂਸਿਵ ਖੇਡੇ। ਹਾਂ, ਅਰਜਨਟੀਨਾ ਖਿਲਾਫ ਬਹੁਤ ਡਿਫੈਂਸਿਵ ਖੇਡੇ। ਅੱਜ ਇਨਫੈਕਟ ਜਿਹੜੀ ਪੋਲੈਂਡ ਤੇ ਅਰਜਨਟੀਨਾ ਦੀ ਗੇਮ ਸੀ, ਪੋਲੈਂਡ ਵੀ ਡਿਫੈਂਸਿਵ ਹੀ ਖੇਡਿਆ। ਜਿੰਨਾ ਮਰਜ਼ੀ ਮੈਂ ਨਾ ਵੀ ਅਰਜਨਟੀਨਾ ਖਿਲਾਫ ਡਿਫੈਂਸਿਵ ਖੇਡੋ, ਜਦੋਂ ਤੁਸੀਂ ਉਹਨਾਂ ਨੂੰ ਮੌਕੇ ਦੇਈ ਜਾਓਗੇ ਗੋਲ ਕਰਨ ਦੇ, ਇਹ ਮੈਸੀ ਮੂਸੀ ਵਰਗੇ, ਡਿਮਰੀਆ ਵਰਗੇ, ਐਲਵਾਰੇਜ਼ ਵਰਗੇ, ਇਹਨਾਂ ਨੇ ਕੋਈ ਨਾ ਕੋਈ ਗੋਲ ਕਰ ਹੀ ਜਾਣਾ ਹੁੰਦਾ। ਬਿਲਕੁਲ ਜੀ, ਬਿਲਕੁਲ। ਇਹਨਾਂ ਜਿਵੇਂ ਅਰਜਨਟੀਨਾ ਤਾਂ ਸੀਗਾ ਹੀ, ਫਿਰ ਵੀ ਅੱਜ ਉਹਨਾਂ ਨੇ ਗੇਮ ਕਰਨਗੇ ਹਨਾ ਅਟੈਕ ਪੋਲੈਂਡ। ਤੇ ਪੋਲੈਂਡ ਦੀ ਟੀਮ ਕੋਈ ਬਾਹਲੀ ਵਧੀਆ ਨਹੀਂ ਹੈ ਅਸਲ ਚ। ਮੈਕਸੀਕੋ ਸੈਕੰਡ ਬੈਸਟ ਟੀਮ ਸੀਗੀ ਗਰੁੱਪ ਦੀ, ਬਟ ਹੁਣ ਕੁਆਲੀਫਾਈ ਨਹੀਂ ਕੀਤੀ ਹਨਾ, ਇਹੀ ਵਰਲਡ ਕੱਪ ਆ। ਤੇ ਪੋਲੈਂਡ ਦਾ ਬਾਈ ਲੱਕ ਚਲਿਆ ਗਿਆ ਹਨਾ। ਇਹ ਹੁਣ ਮੈਕਸੀਕੋ ਵਾਲੇ ਰਿਗਰੈਟ ਕਰਦੇ ਹੋਣਗੇ ਵੀ ਫਸਟ ਗੇਮ ਜਦੋਂ ਪੋਲੈਂਡ ਅਸੀਂ ਉਹਨਾਂ ਨੂੰ ਅਟੈਕ ਕਰਦੇ ਤਾਂ ਹਰਾ ਲੈਣਾ ਸੀ ਈਜ਼ੀਲੀ। ਚਲੋ ਅਰਜਨਟੀਨਾ ਦਾ ਮੰਨ ਲਿਆ ਮੈਸੀ ਆ ਇਹ, ਸੋ ਬੰਦੀਆਂ ਜ਼ਿਆਦਾ ਟੀਮਾਂ ਡਿਫੈਂਸਿਵ ਹੋ ਜਾਂਦੀਆਂ ਉਹਨਾਂ ਨੂੰ ਹਨਾ। ਤੇ ਬਟ ਜਿਹੜੀ ਪੋਲੈਂਡ ਗੇਮ ਸੀ ਉਹ ਚ ਇਹਨਾਂ ਨੂੰ ਜਿੱਤ ਜਾਣਾ ਚਾਹੀਦਾ ਸੀ। ਹਾਲਾਂਕਿ ਉਹ ਚ ਤਾਂ ਲੈਵਨਡੋਸਕੀ ਨੇ ਪੈਨਲਟੀ ਮਿਸ ਕਰਤੀ, ਜੇ ਕਿਤੇ ਉਹ ਪੋਲੈਂਡ ਜਿੱਤ ਜਾਂਦੇ ਤਾਂ ਪਹਿਲਾਂ ਹੀ ਬਾਹਰ ਹੋ ਜਾਣੇ ਸੀ। ਇਹ ਤੁਸੀਂ ਤਾਂ ਕਹਿੰਦੇ ਨਾ ਅਖੀਰਲੇ ਗੇਮ ਦੇ ਵਿੱਚ ਅਚਾਨਕ ਜਾ ਗਏ, ਮੈਂ ਤਾਂ ਕਹਿੰਦਾ ਵੀ ਅਖੀਰਲੇ ਹਾਫ ਚ ਜਾ ਗਏ। ਪਰ ਮੈਚ ਦੇ ਵੀ ਪਹਿਲੇ ਹਾਫ ਦੇ ਵਿੱਚ ਠੀਕ ਸੀਗਾ ਵੀ ਚਲੋ, ਚਾਹੇ ਸਾਊਦੀ ਅਰੇਬੀਆ ਖਿਲਾਫ ਸੀਗਾ, ਖੇਡ ਰਹੇ ਸੀਗੇ, ਪਰ ਜਿਹੜੀ ਇਹਨਾਂ ਨੇ ਤੇਜ਼ੀ ਅਖੀਰਲੇ 45 ਮਿੰਟਾਂ ਚ ਉਹ ਦਿਖਾਈ ਆ, ਜੋ ਕਿਤੇ ਪਹਿਲੋਂ ਕਰ ਜਾਂਦੇ ਵਾਕਿਆ ਤਾਂ ਮੈਕਸੀਕੋ ਦੇ ਨਾਲ ਹੋ ਜਾਣਾ ਸੀਗਾ। ਆਲਦੋ ਅੱਜ ਦੀਆਂ ਗੇਮਾਂ ਦੇਖ ਕੇ ਲੱਗਦਾ ਸੀਗਾ ਵੀ ਮੈਕਸੀਕੋ ਸ਼ਾਇਦ ਡਿਜ਼ਰਵ ਕਰਦਾ ਪੋਲੈਂਡ ਦੇ ਨਾਲੋਂ ਜ਼ਿਆਦਾ ਅੱਜ ਦੀ ਗੇਮ ਦੇਖਦੇ, ਪਰ ਓਵਰਆਲ ਜੇ ਟੂਰਨਾਮੈਂਟ ਦੀ ਦੇਖੋ ਤਾਂ ਮੈਕਸੀਕੋ ਨੇ ਆ ਜਿਹੜਾ ਆਪਣਾ ਤੇਵਰ ਆ ਸਿਰਫ ਅੱਜ ਹੀ ਦਿਖਾਇਆ। ਹਾਂਜੀ, ਨਹੀਂ ਜਨਰਲੀ ਮੈਕਸੀਕੋ ਵਧੀਆ ਟੀਮ ਖੇਡਦੀ ਆ ਹਨਾ। ਤੇ ਇਹਨਾਂ ਦੇ ਪਲੇਅਰ ਵੀ ਸੋਹਣੇ ਨੇ, ਤੇ ਬਹੁਤ ਐਨਰਜੈਟਿਕ ਗੇਮ ਹੁੰਦੀ ਹੈ ਇਹਨਾਂ ਦੀ, ਪੈਸ਼ਨੇਟ ਨੇ ਗੇਮ ਨੂੰ ਲੈ ਕੇ ਆਪਦੀ ਨੂੰ ਬਹੁਤ। ਤੇ ਜਿਹੜੀਆਂ ਪਹਿਲੀ ਉਹ ਆਪਾਂ ਗੱਲ ਕਰਦੇ, ਪਹਿਲੀਆਂ 2 ਗੇਮਸ ਇਹਨਾਂ ਨੇ ਜ਼ਿਆਦਾ ਵਧੀਆ ਨਹੀਂ ਖੇਡੀਆਂ ਜੀ। ਅੱਜ ਵਾਲੀ ਗੇਮਸ ਤਾਂ ਉਵੇਂ ਖੇਡੀ ਜਿਵੇਂ ਮੈਕਸੀਕੋ ਖੇਡਦਾ ਹਨਾ। ਪਹਿਲੇ ਹਾਫ 'ਚ ਵੀ ਇਹਨਾਂ ਨੇ ਡੋਮੀਨੇਟ ਕੀਤਾ ਸਾਊਦੀ ਅਰੇਬੀਆ ਨੂੰ, ਉਹਦੇ ਗੋਲਕੀਪਰ ਨੇ ਕਾਫੀ ਸੇਵ ਕੀਤੇ, 1-on-1 ਵੀ ਵਿੱਚ ਆ ਗਿਆ। ਤੇ ਸੈਕਿੰਡ ਹਾਫ 'ਚ ਵੀ ਉਹਨੇ ਕਾਫੀ ਸੇਵ ਕੀਤੇ, ਤਾਂ ਉਹਦੇ ਕਰਕੇ ਗੇਮ ਫਸੀ ਰਹੀ। ਤੇ ਉਹ ਇਸੇ ਕਰਕੇ ਵੀ
ਐਂਡ ਤੱਕ ਆ ਗਿਆ ਸੀਗਾ ਵੀ ਕਿਵੇਂ ਸਿਚੁਏਸ਼ਨ ਬਣ ਗਈ ਹਨਾ, 2-0 ਸੀਗਾ, ਜੇ ਇੱਕ ਗੋਲ ਹੋਰ ਹੋ ਜਾਂਦਾ ਕਿਸੇ ਤਰੀਕੇ ਨਾਲ ਜਾਂ ਅਰਜਨਟੀਨਾ ਇੱਕ ਹੋਰ ਕਰ ਦਿੰਦੀ ਉਹਨਾਂ ਅਗੇਂਸਟ, ਫਿਰ ਗੋਲ ਡਿਫਰੈਂਸ ਦੇ ਸਾਈਡ ਇਹਨਾਂ ਨੇ ਨਿਕਲ ਜਾਣਾ। ਕਿਉਂਕਿ ਜਦੋਂ ਦੋਨੋਂ 2-0 ਤੇ ਸੀਗੇ ਤਾਂ ਗੋਲ ਡਿਫਰੈਂਸ ਬਰਾਬਰ ਸੀ, ਦੋਨਾਂ ਦਾ 0-0 ਸੀ। ਪੋਲੈਂਡ ਨੂੰ ਘੱਟ ਯੈਲੋ ਕਾਰਡ ਸੀਗੇ ਤੇ ਮੈਕਸੀਕੋ ਦੇ ਜਿਹੜੇ ਉਹ ਜ਼ਿਆਦਾ ਯੈਲੋ ਕਾਰਡ ਸੀ। ਆਈ ਥਿੰਕ ਅਰਸ਼ ਪਿਛਲੀ ਵਾਰੀ ਵੀ ਇਦਾਂ ਹੀ ਹੋਇਆ ਸੀ, ਪਿਛਲੇ ਵਰਲਡ ਕੱਪ ਦੇ ਵਿੱਚ ਸੈਨੇਗਲ ਤੇ ਜਾਪਾਨ ਦਾ ਜਿਹੜਾ ਆ ਫੈਸਲਾ ਉਹ ਵੀ ਯੈਲੋ ਕਾਰਡਾਂ ਦੇ ਉੱਤੇ ਹੀ, ਹਾਂ ਉਹ ਵੀ ਫੇਅਰ ਪਲੇ ਨੇ ਕੀਤਾ ਸੀਗਾ ਪਿਛਲੀ ਵਾਰ ਜੀ, ਸੈਨੇਗਲ ਰਹਿ ਗਈ ਸੀਗੀ ਤੇ ਜਾਪਾਨ ਅੱਗੇ ਚਲੀ ਗਈ ਸੀਗੀ ਹਨਾ। ਤੇ ਅੱਜ ਵੀ ਜੇ ਗੇਮ 'ਚ ਦੇਖਿਆ ਜਾਵੇ ਦੂਜੀ ਵਾਰ ਉਹੋ ਜਿਹੀ ਸਿਚੁਏਸ਼ਨ ਬਣ ਗਈ ਸੀ ਤੇ ਪੋਲੈਂਡ ਨੂੰ ਇਹ ਗੱਲ ਅਪਡੇਟ ਹੋ ਗਈ ਸੀਗੀ, ਗੇਮ 'ਚ ਦਿਖਦਾ ਸੀ ਤਾਂ ਹੀ ਉਹ ਕੋਈ ਵੀ ਹਾਰਡ ਟੈਕਲ ਨਹੀਂ ਕਰ ਰਹੇ ਸੀ ਹਨਾ, ਕੋਈ ਖਿੱਚ ਨਹੀਂ ਰਹੇ ਸੀ, ਉਹਦੇ ਦੇ ਵਰ ਜਸਟ ਪਲੇਇੰਗ ਤੇ ਵੀ 2-0 ਨਾਲ ਕਿਸੇ ਤਰੀਕੇ ਨਾਲ ਗੇਮ ਨਿਬੜ ਜੇ ਤੇ ਤੀਜਾ ਗੋਲ ਨਾ ਭਾਈ ਕਰਾਉਣਾ ਪੈ ਜੇ, ਤੀਜਾ ਨਾ ਹੋ ਜੇ। ਤੇ ਬੜਾ ਉਹ ਸਾਫ਼ ਲੱਗ ਰਿਹਾ ਸੀ ਉਹਨਾਂ ਦੀ ਗੇਮ ਤੋਂ ਵੀ ਉਹ ਕੋਈ ਫਾਉਲ ਨਹੀਂ ਕਰ ਰਹੇ, ਕੁਝ ਨਹੀਂ ਕਰ ਰਹੇ ਹਨ। ਆਲਦੋ ਮਿਲੇ ਉਹਨਾਂ ਦੇ ਯੈਲੋ ਕਾਰਡ ਵੀ ਮਿਲੇ ਆ ਹਾਂਜੀ, ਪਰ ਉਹ ਡਰਦੇ ਜੇ ਜਿਹੜੇ ਆ ਇੱਕ ਯੈਲੋ ਕਾਰਡ ਉਹਨਾਂ ਨੂੰ ਮਿਲਿਆ, 2 ਦਾ ਡਿਫਰੈਂਸ ਫਿਰ ਵੀ ਜਿਹੜਾ ਉਹ ਰਹਿ ਗਿਆ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਇਹਦਾ। ਤੇ ਬਟ ਮੈਕਸੀਕੋ ਚਲੋ ਠੀਕ ਆ, ਉਹਨਾਂ ਲਈ ਵਰਲਡ ਕੱਪ ਤਾਂ ਡਿਸਅਪਾਇੰਟਮੈਂਟ ਹੀ ਗਿਣਨਗੇ ਉਹ, ਹਾਂਜੀ ਹਨਾ। ਤੇ ਹੁਣ ਪੋਲੈਂਡ ਤੇ ਅਰਜਨਟੀਨਾ ਕੁਆਲੀਫਾਈ ਕਰ ਗਏ ਆ ਤੇ ਅਰਜਨਟੀਨਾ ਜਿਹੜਾ ਮੇਨ ਟਾਰਗੇਟ ਸੀਗਾ ਵੀ ਫਰਾਂਸ ਕਿਸੇ ਤਰੀਕੇ ਨਾਲ ਹੋ ਜੇ, ਫਰਾਂਸ ਨਾਲ ਗੇਮ ਨਾ ਖੇਡਣੀ ਪਵੇ ਅਗਲੀ, ਉਹੀ ਚੀਜ਼ ਉਹ ਉਹਨਾਂ ਦੀ ਹੋ ਗਈ ਆ। ਤੇ ਹੁਣ ਇਹਨਾਂ ਨੇ ਖੇਡਣੀ ਆ ਆਪਣੇ ਨੇ ਪੋਲੈਂਡ ਨੇ, ਹਾਂਜੀ ਹਨਾ, ਪੋਲੈਂਡ ਖੇਡੂਗਾ ਆਪਣੇ ਨਾਲ ਆਸਟ੍ਰੇਲੀਆ ਖੇਡੂਗਾ, ਕੀ ਆ ਕਨਫਿਊਜ਼ ਹੋਈ ਜਾਂਦੇ ਨਹੀਂ ਹਾਂਜੀ ਇਹ ਸਮਟਾਈਮਸ ਉਹਦੇ ਨਾਲ ਫਰਾਂਸ ਦੇ ਨਾਲ, ਹਾਂ ਆਸਟ੍ਰੇਲੀਆ ਦੀ ਪੋਲੈਂਡ ਫਰਾਂਸ ਨਾਲ ਖੇਡੂਗਾ ਤੇ ਆਸਟ੍ਰੇਲੀਆ ਖੇਡੂਗਾ ਅਰਜਨਟੀਨਾ ਨਾਲ, ਅਰਜਨਟੀਨਾ ਦੇ। ਹਾਂਜੀ ਹਾਂਜੀ। ਸੋ ਇਹ ਜਿਹੜਾ ਚੀਜ਼ ਜਿਹੜੀ ਆ ਫਰਾਂਸ ਪੋਲੈਂਡ ਦਾ ਮੁਕਾਬਲਾ ਤੇ ਅਰਜਨਟੀਨਾ ਦਾ ਆਸਟ੍ਰੇਲੀਆ ਦੇ ਨਾਲ। ਹਾਂ ਹੁਣ ਇਹ ਪੇਪਰ ਦੇ ਤਾਂ ਦੋਨੇ ਗੇਮਸ ਈਜ਼ੀ ਲੱਗ ਰਹੀਆਂ ਨੇ। ਨਹੀਂ ਹੁਣ ਜਦੋਂ ਆਪਾਂ ਐਲੀਮੀਨੇਸ਼ਨ ਰਾਉਂਡ 'ਚ ਆ ਜਾਂਦੇ ਆ ਨਾ ਅਰਸ਼, ਉਦੋਂ ਕੁਝ ਨਹੀਂ ਕਿਹਾ ਜਾਂਦਾ। ਅੱਜ ਦੀਆਂ ਜਿਹੜੀਆਂ ਗੇਮਸ ਦੇ ਵਾਂਗੂ ਪਤਾ ਨਹੀਂ ਅਚਾਨਕ ਕੀ ਹੋਣਾ। ਹੁਣ ਜੇ ਆਪਾਂ ਅਰਜਨਟੀਨਾ ਵਾਲੀ ਗੇਮ ਦੀ ਗੱਲ ਕਰਦੇ ਆ, ਜਿਹੜੀ ਇਹੀ ਪੋਲੈਂਡ ਦੇ ਨਾਲ ਜਿਹੜੀ ਇਹਨਾਂ ਨੇ ਅੱਜ ਖੇਡੀ ਆ, ਇੱਕ ਟਾਈਮ ਦੇ ਉੱਤੇ ਜਿਹੜਾ ਆ ਪੈਨਲਟੀ ਮਿਲ ਗਈ ਪਹਿਲੇ ਹਾਫ ਦੇ ਵਿੱਚ, ਜਦ ਕਿ ਸਾਰੇ ਜਣੇ ਕਹਿ ਰਹੇ ਸੀ ਇਟ ਵਾਸ ਨੋ ਪੈਨਲਟੀ। ਬਈ ਗੋਲਕੀਪਰ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਮੈਸੀ ਨੇ ਸਿਰ ਮਾਰਤਾ ਸੀ, ਉਸ ਤੋਂ ਬਾਅਦ 'ਚ ਉਹਦਾ ਹੱਥ ਲੱਗਾ, ਕਹਿੰਦੇ ਮਾੜੀ ਜੀ ਚੀਂਚੀ ਲੱਗੀ, ਪਰ ਮੈਸੀ ਹੁਣਾ ਵਰਗਾ ਨੂੰ ਸੈੱਲ ਕਰਨਾ ਹੁੰਦਾ ਹੈ ਵੀ ਸਾਡੇ ਨਾਲ ਅਟੈਕਿੰਗ ਏਰੀਆ 'ਚ ਇਦਾਂ ਹੋਇਆ ਆ, ਤੇ ਫਿਰ ਉੱਥੇ ਪੈਨਲਟੀ ਮਿਲ ਗਈ, ਪਰ ਉਹਨਾਂ ਨੇ ਗੋਲਕੀਪਰ ਨੇ ਜਿਹੜੀ ਉਹ ਸੇਵ ਕਰ ਲਈ। ਸੋ ਉਹਦੇ ਨਾਲ ਵੀ ਜਿਹੜਾ ਉਹ ਆਲਦੋ ਪੋਲੈਂਡ ਵਾਲਿਆਂ ਨੂੰ ਲੱਗਾ ਵੀ ਸ਼ਾਇਦ ਬਚਾਅ ਹੋ ਗਿਆ, ਬਟ ਦੂਜੇ ਫਿਰ ਹਾਫ ਦੇ ਵਿੱਚ ਜਾ ਕੇ ਤਾਬੜ ਤੋੜ ਹਮਲੇ, ਕਿਉਂਕਿ ਆંકੜੇ ਦੱਸਦੇ ਆ ਅਰਸ਼ 23 ਸ਼ਾਟਸ ਲਏ ਅਰਜਨਟੀਨਾ ਨੇ ਤੇ ਇਹਨਾਂ ਨੇ ਸਿਰਫ 4। ਹਾਂਜੀ ਹਾਂ, ਲੈਵਨਡੋਸਕੀ ਦਾ ਵਿਚਾਰਾ ਜੇ ਕਿਤੇ ਮਾੜੀ ਗੇਂਦ ਆਉਂਦੀ ਸੀ ਉਹ ਜਾਣਾ ਕਿੱਥੇ ਸੀ, ਆਲੇ ਦੁਆਲੇ ਦੇ ਨਾਲ ਉਹਨੂੰ ਕਾਊਂਟਰ ਅਟੈਕ ਕਰਨ ਦੀ ਕੋਈ ਵੀ ਨਹੀਂ ਸੀਗਾ ਉਹਦੇ ਨਾਲ ਨਾ। ਤੇ ਗੇਮ ਉਹਨਾਂ ਡਿਫਰੈਂਟ ਗੇਮ ਖੇਡਦੇ ਆ, ਜਦੋਂ ਪੋਲੈਂਡ 'ਚ ਖੇਡਦੇ ਆ, ਜਦੋਂ ਬਾਰਸਲੋਨਾ ਜਾਂ ਬਾਇਰਨ ਖੇਡਦਾ ਉਦੋਂ ਹੋਰ ਤਰੀਕੇ ਨਾਲ, ਉਹ ਤਾਂ ਟੋਟਲ ਡੋਮੀਨੇਟ ਕਰਦੇ ਆ, ਬਾਕਸ 'ਚ ਰਹਿੰਦਾ ਹਰ ਟਾਈਮ, ਨਾਲ ਦੇ ਪਲੇਅਰ ਵੀ ਫਿਰ ਉਦਾਂ ਦੇ ਆ ਤੇ ਉਹਨੂੰ ਬਾਲ ਮਿਲਦੀ ਰਹਿੰਦੀ ਇੰਨੀ ਜ਼ਿਆਦਾ ਹੈ ਨਾ, ਟੱਚਸ ਜ਼ਿਆਦਾ ਹੁੰਦੇ ਆ। ਤੇ ਹੁਣ ਇਹ ਜਦੋਂ ਪੋਲੈਂਡ ਲਈ ਖੇਡਦਾ ਫਿਰ ਉਹ ਸੇਮ ਨਹੀਂ ਹੈਗਾ। ਤੇ ਅੱਜ ਜਿਹੜੀ ਆਪਾਂ ਟਿਊਨੀਸ਼ੀਆ ਤੇ ਫਰਾਂਸ ਦੀ ਗੱਲ ਗੇਮ ਦੀ ਗੱਲ ਕੀਤੀ, ਉਹਦੇ 'ਚ ਵੀ ਐਂਡ 'ਚ ਬੜਾ ਡਰਾਮਾ ਹੋਇਆ ਜਾ ਕੇ, ਹੈ 98 ਮਿੰਟ। ਉਹਦੀ ਆਪਾਂ ਸ਼ੁਰੂ ਤੋਂ ਜੇ ਗੱਲ ਕਰੀਏ, ਪਹਿਲਾਂ ਜਦੋਂ ਫਰਾਂਸ ਨੇ ਇੰਨੇ ਜ਼ਿਆਦਾ ਚੇਂਜਸ, ਮੈਨੂੰ ਲੱਗਦਾ 7-8 ਚੇਂਜਸ, 9 ਚੇਂਜਸ ਸੀ, 9 ਚੇਂਜਸ ਦੇਖੋ ਵੀ ਜਿਹੜੇ ਪਲੇਇੰਗ 11 ਖਿਡਾ ਰਹੇ ਸੀਗੇ, ਸਟਾਰਟਰ ਸੀਗੇ, ਉਹ ਆਏ ਨਹੀਂ। ਮਬਾਪੇ ਵਰਗੇ ਬਾਹਰ ਸੀ, ਗ੍ਰੀਜ਼ਮੈਨ ਵਰਗੇ ਬਾਹਰ ਸੀ, ਸਾਰੀ ਟੀਮ ਜਿਹੜੀ ਆ ਉਹ ਬਾਹਰ ਸੀ। ਈਵਨ ਸੈਕਿੰਡ ਪਿਕ ਗੋਲਕੀਪਰ ਉਹਨਾਂ ਨੇ ਖਿਡਾਇਆ ਸੀਗਾ, ਗੋਲਕੀਪਰ ਵੀ ਉਹਨਾਂ ਨੇ ਆਪਣਾ ਮੇਨ ਨਹੀਂ ਖਿਡਾਇਆ। ਪਹਿਲੇ ਹਾਫ ਦੇ ਵਿੱਚ ਤੇ ਲੱਗ ਹੀ ਨਹੀਂ ਰਿਹਾ ਸੀਗਾ ਵੀ ਫਰਾਂਸ ਖੇਡ ਰਹੀ ਆ, ਇਦਾਂ ਲੱਗਦਾ ਵੀ ਪਤਾ ਨਹੀਂ ਕੋਈ ਹੋਰ ਹੀ ਆ ਕੇ ਉਹਨਾਂ ਵੱਲੋਂ ਖੇਡਣ ਦੇ ਆ। ਬਿਲਕੁਲ ਹਨਾ, ਟੂਰਨਾਮੈਂਟ ਗੇਮ 'ਚ ਹੋ ਜਾਂਦਾ, ਫਿਰ ਰੈਸਟ ਕਰਨੇ ਹੁੰਦੇ ਪਲੇਅਰ, ਜਦੋਂ ਉਹਨਾਂ ਦੀ ਚਲੋ ਵਧੀਆ ਗੱਲ ਸੀਗੀ ਵੀ ਉਹ ਪਹਿਲਾਂ ਕੁਆਲੀਫਾਈ ਕਰ ਗਏ ਸੀ ਤੇ ਪਰ ਉਹ ਫਿਰ ਵੀ ਐਕਸਪੈਕਟਡ ਨਹੀਂ ਸੀਗਾ ਵੀ ਉਹ ਹਾਰ ਜਾਣਗੇ ਹਨਾ, ਡਰਾ ਜਾਂ ਵਿਨ ਦੀ ਹੋਈ ਸੀਗੀ ਉਹਨਾਂ ਦੀ ਹਨਾ ਮਿਨੀਮਮ। ਤੇ ਬਟ ਗੇਮ ਠੀਕ ਸੀਗੀ, ਪਹਿਲੇ ਹਾਫ 'ਚ ਤਾਂ ਚਲੋ ਖਾਸ ਨਹੀਂ ਹੋਇਆ, ਦੂਜੇ ਹਾਫ 'ਚ ਜਦੋਂ ਚੇਂਜਸ ਆਈਆਂ, ਥੋੜੇ ਪਲੇਅਰ ਵਧੀਆ ਆਏ, ਫਿਰ ਥੋੜੀ ਗੇਮ ਚੇਂਜ ਹੋਈ ਹਨਾ। ਉਦੋਂ ਨੂੰ ਗੋਲ ਹੋ ਗਿਆ, ਟਿਊਨੀਸ਼ੀਆ ਨੇ ਗੋਲ ਕਰਤਾ ਹਨਾ ਆਵਰ ਮਾਰਕ ਤੇ, ਫਿਰ ਉਦੋਂ ਬਾਅਦ 'ਚ ਜਾਣੀ ਇਹਨਾਂ ਨੇ ਜ਼ਿਆਦਾ ਕੀਤੀਆਂ ਚੇਂਜਸ ਵਗੈਰਾ ਫਰਾਂਸ ਨੇ ਸਾਰੀਆਂ, ਉਸ ਤੋਂ ਬਾਅਦ 'ਚ ਹੀ ਕੀਤੀਆਂ। ਤੇ ਫਿਰ ਜਦੋਂ ਹੋਇਆ ਫਿਰ ਬਟ ਐਂਡ ਤੇ ਜਾ ਕੇ ਜਦੋਂ ਆਪਾਂ ਦੇਖਦੇ ਆ ਵੀ ਉਹ 98 ਮਿੰਟ 8 ਮਿੰਟ ਦਾ ਇੰਜਰੀ ਟਾਈਮ ਸਾਰਿਆਂ ਦੀ ਜ਼ਿਆਦਾ ਹੁੰਦਾ ਅੱਜ ਕੱਲ। ਤੇ ਉਹ ਲਾਸਟ ਕਿੱਕ ਹੀ ਸੀਗੀ ਗੇਮ ਦੀ, ਜਦੋਂ ਉਹਨੇ ਫ੍ਰੀ ਕਿੱਕ ਲਈ ਆ, ਤੇ ਉਹ ਫ੍ਰੀ ਕਿੱਕ 'ਚ ਫਿਰ ਉਹ ਕਾਫੀ ਆਫਸਾਈਡ ਨਹੀਂ ਆਫਸਾਈਡ, ਗੇਮ ਖਤਮ ਹੋ ਗਈ ਸੀਗੀ, ਪਲੇਅਰ ਤਾਂ ਆਲਰੇਡੀ ਫਰਾਂਸ ਨੇ ਗੋਲ ਕਰਤਾ ਸੀਗਾ। ਹਾਂਜੀ, ਗ੍ਰੀਜ਼ਮੈਨ ਨੇ ਗੋਲ ਕਰਤਾ ਸੀ, ਪਰ ਜਦੋਂ ਫ੍ਰੀ ਕਿੱਕ ਲਈ ਉਦੋਂ ਆਫਸਾਈਡ ਪੋਜੀਸ਼ਨ ਤੇ ਸੀ, ਜਦੋਂ ਉਹਨੇ ਡਿਫੈਂਡਰ ਨੇ ਹੈਡਰ ਮਾਰਿਆ ਪਿੱਛੇ ਨੂੰ, ਹਾਂ, ਤਾਂ ਉਦੋਂ ਫਿਰ ਉਹਨੇ ਕਿੱਕ ਕਰਕੇ ਗੋਲ ਕਰਤਾ।
ਉਦੋਂ ਖੁਸ਼ੀ ਤਾਂ ਉਹਨਾਂ ਨੇ ਮਨਾ ਲਈ। ਹਾਂ ਜੀ, ਹਾਂ, ਗੋਲ ਦੇਤਾ ਸੀ, ਰੈਫ ਨੇ ਵੀ ਗੋਲ ਦੇਤਾ ਸੀ, VAR ਨੇ ਇੰਟਰਵੀਨ ਕਰਕੇ ਫਿਰ ਰੈਫ ਨੂੰ ਕਿਹਾ ਵੀ ਜਾ ਕੇ ਦੇਖੋ, ਦੁਬਾਰਾ ਚੈੱਕ ਕਰੋ। ਹਾਂ, ਤੇ ਉਹ ਫਿਰ ਉਦੋਂ ਦੇਖ ਇੰਨਾ ਇਮੋਸ਼ਨਲ ਸੀਗਾ, ਉਹ ਇਮੋਸ਼ਨਲ ਸੀਨ ਸੀ, ਕਿਉਂਕਿ ਟਿਊਨੀਸ਼ੀਆ ਫਰਾਂਸ ਨੂੰ ਹਰਾ ਰਿਹਾ ਸੀ ਵਰਲਡ ਕੱਪ 'ਚ, ਬਹੁਤ ਵੱਡੀ ਗੱਲ ਸੀ, ਹੈ ਨਾ। ਨਹੀਂ, ਕੱਲੀ ਇਹੀ ਨਹੀਂ, ਉਹਨਾਂ ਨੂੰ ਸੀਗਾ ਵੀ ਖੌਰੇ ਅਸੀਂ ਪਹੁੰਚ ਨਾ ਜਾਈਏ ਜੇ ਉਧਰ ਆਸਟ੍ਰੇਲੀਆ ਹਾਰ ਜਾਂਦੀ ਤਾਂ, ਹਨਾ। ਬਿਲਕੁਲ ਜੀ, ਬਿਲਕੁਲ। ਤੇ ਉਦੋਂ ਫਿਰ ਉਹ ਜੋ ਸਾਰੇ ਉਹਦੇ ਫੈਨ ਸੀਗੇ, ਉਹ ਸੀਗੇ ਪੂਰਾ ਖੁਸ਼ ਸੀ, ਫਿਰ ਗੋਲ ਹੋ ਗਿਆ, ਫਿਰ ਉਹ ਰੋਣ ਲੱਗ ਗਏ ਦਿਖਾ ਰਹੇ ਕੈਮਰੇ ਤੇ, ਹਨਾ। ਫਿਰ 30 ਸਕਿੰਟ ਬਾਅਦ ਉਹ ਆਇਆ ਵੀ ਨਹੀਂ, VAR ਨੇ ਚੈੱਕ ਕਰਨਾ, ਫਿਰ ਸਾਰੇ ਫਿਰ ਚੁੱਪ ਹੋ ਗਏ, ਫਿਰ ਉਹ ਕਹਿੰਦੇ ਗੋਲ ਨਹੀਂ ਹੈਗਾ, ਫਿਰ ਦੂਜੀ ਗੇਮ ਚੇਂਜ ਹੋ ਗਈ, ਹਨਾ। ਸੋ ਇਮੋਸ਼ਨਸ ਦੇ ਉਤਾਰ ਚੜਾਵ ਅੱਜ ਟਿਊਨੀਸ਼ੀਆ ਦੇ ਜਿਹੜੇ ਫੈਨਸ ਨੂੰ ਬਹੁਤ ਜ਼ਿਆਦਾ ਦੇਖਿਆ। ਫਰਾਂਸ ਦੇ ਵਿੱਚ ਗਾਲਾਂ ਕੱਢ ਰਿਹਾ ਬਹੁਤ ਜ਼ਿਆਦਾ ਫਰਾਂਸ ਨੂੰ, ਭਾਈ ਇਹ ਚਾਹੇ ਤੁਸੀਂ ਕੁਆਲੀਫਾਈ ਵੀ ਕੀਤੇ ਸੀਗੇ, ਦੈਟਸ ਨਾਟ ਹਾਊ ਯੂ ਪਲੇ। ਹਾਂਜੀ, ਹਾਂ, ਨਹੀਂ ਇੰਨੀਆਂ ਜ਼ਿਆਦਾ ਚੇਂਜਸ ਕਰਨੀਆਂ ਥੋੜਾ ਜਿਹਾ ਹੁੰਦਾ ਤਾਂ ਰਿਸਕ ਹੀ ਆ। ਠੀਕ ਹੈ, ਚਲੋ 5-6 ਜੇ ਪਲੇਅਰ ਤੁਸੀਂ 5 ਕੇ ਚੇਂਜਸ ਕਰਕੇ ਅੱਧੀ ਟੀਮ ਤੁਸੀਂ ਰੋਟੇਟ ਕਰ ਲਓ, ਹਨਾ, ਦੁਬਾਰਾ, ਉਹ ਤਾਂ ਜ਼ਿਆਦਾ। ਪਰ ਹੁਣ ਸਾਰੀ ਦੀ ਸਾਰੀ ਟੀਮ ਜਿਹੜੇ 2 ਖੇਡੇ ਆ, ਉਹਨਾਂ ਦੀ ਜਿਹੜੀ ਅੱਜ ਦੀ ਪਲੇਇੰਗ 11 ਦੇਖੀ ਜਾਵੇ ਤਾਂ ਉਹਦੇ 'ਚ ਇੱਕੋ ਹੀ ਉਹਨਾਂ ਦਾ ਰੈਗੂਲਰ ਸਟਾਰਟਰ ਆ, ਜਿਹੜਾ ਵਰਾਨ ਆ, ਉਹਦਾ ਸੈਂਟਰ ਬੈਕ, ਹਨਾ। ਉਹੀ ਹੈ ਇੱਕ ਜਿਹੜਾ ਦੂਜੀ 11 'ਚ ਵੀ ਖੇਡੂਗਾ, ਬਾਕੀ 10 ਪਲੇਅਰ ਕੋਈ ਨਹੀਂ ਖੇਡਣ ਵਾਲਾ, ਹਨਾ। ਸੋ ਫਿਰ ਬਹੁਤ ਜ਼ਿਆਦਾ ਚੇਂਜਸ ਨਾਲ ਫਰਕ ਪਿਆ ਨਹੀਂ, ਇਹ ਮਿਸਟੇਕ ਆ। ਚਲੋ ਜਿਵੇਂ ਹੁਣ ਦੇਖਦੇ ਆ ਅਗਲੇ ਵੀ ਚਲੋ ਸੇਫ ਸੀਗੇ, ਸੋ ਦੇ ਪਲੇਡ ਇਟ। ਟਿਊਨੀਸ਼ੀਆ ਅਫਰੀਕਾ ਦਾ ਨਦਰਨ ਮੋਸਟ ਟਿਪ ਆ, ਇਟਲੀ ਦੇ ਬਿਲਕੁਲ ਨਾਲ ਵਿਚਾਲੇ ਜਿਹੜਾ ਇਹਨਾਂ ਦੇ ਸਮੁੰਦਰ ਆਉਂਦਾ ਆ, ਤੇ ਫਿਰ ਉਸ ਤੋਂ ਬਾਅਦ ਯੂਰਪ ਜਿਹੜਾ ਉਹ ਸ਼ੁਰੂ ਹੋ ਜਾਂਦਾ। ਟਿਊਨੀਸ਼ੀਆ ਜਿਹੜਾ ਆ ਉਹਨਾਂ ਨੇ ਇੱਕ ਤਾਂ ਪਹਿਲੋਂ ਵੀ ਗੋਲ ਕਰਤਾ ਸੀਗਾ, ਪਰ ਉਹ ਵੀ ਆਫਸਾਈਡ ਕਰਕੇ ਰਹਿ ਗਿਆ ਸੀਗਾ, ਤੇ ਪਰ ਇਵੈਂਚੁਅਲੀ ਜਿਹੜਾ ਇਹਨਾਂ ਦੀ 1-0 ਦੇ ਨਾਲ ਜਿੱਤ ਜਿਹੜੀ ਆ ਉਹ ਹੋਈ ਹੈਗੀ ਆ। ਉਧਰ ਜੇ ਆਪਾਂ ਡੈਨਮਾਰਕ ਦੀ ਆਸਟ੍ਰੇਲੀਆ ਦੀ ਗੇਮ ਦੀ ਗੱਲ ਕਰੀਏ, ਆਸਟ੍ਰੇਲੀਆ ਨੇ 1-0 ਦੇ ਨਾਲ ਡੈਨਮਾਰਕ ਨੂੰ ਹਰਾ ਕੇ ਆਪਣੀ ਥਾਂ ਪੱਕੀ ਕਰ ਲਈ ਰਾਊਂਡ ਆਫ 16। ਹਾਂਜੀ, ਗੇਮ ਜ਼ਿਆਦਾ ਕੋਈ ਵਧੀਆ ਨਹੀਂ ਸੀਗੀ, ਬਟ ਆਸਟ੍ਰੇਲੀਆ ਨੇ ਜਿਹੜਾ ਗੋਲ ਕੀਤਾ, ਹਨਾ, ਉਹ ਬੜਾ ਹੀ ਵਧੀਆ ਗੋਲ ਸੀਗਾ, ਉਹਦਾ ਇੰਡੀਵਿਜੂਅਲ ਬ੍ਰਿਲੀਅੰਸ ਸੀਗੀ, ਹਨਾ, ਲੈਕੀ ਦੇ, ਤੇ ਉੱਪਰ ਓਵਰਆਲ ਗੇਮ 'ਚ ਕੋਈ ਖਾਸ ਨਹੀਂ ਸੀ। ਡੈਨਮਾਰਕ ਦੀ, ਜਿਵੇਂ ਡੈਨਮਾਰਕ ਨੂੰ ਜਿੱਤਣਾ ਸੀਗਾ, ਡੈਨਮਾਰਕ ਨੇ ਦੂਜੇ ਸਾਰੇ ਸੈਕੰਡ ਹਾਫ 'ਚ ਇੱਕ ਸ਼ਾਟ ਮਾਰਿਆ, ਹਨਾ। ਪਹਿਲੇ ਹਾਫ 'ਚ ਵੀ 25 ਮਿੰਟ ਤੋਂ ਬਾਅਦ ਕੋਈ ਸ਼ਾਟ ਨਹੀਂ ਮਾਰਿਆ, ਉਹ ਤਾਂ ਐਂ ਲੱਗਦਾ ਸੀ ਵੀ ਜਿਵੇਂ ਖੇਡ ਹੀ ਨਹੀਂ ਰਹੇ ਹੁੰਦੇ, ਹਨਾ। ਹਾਲਾਂਕਿ ਜਦ ਕਿ ਉਹਨਾਂ ਦਾ ਚਾਂਸ ਸੀਗਾ ਪੂਰਾ, ਹਾਂ, ਚਾਂਸ ਪੂਰਾ ਸੀ, ਫੇਵਰੇਟ ਸੀਗੇ, ਉਹਨਾਂ ਕੋਲ ਟੀਮ ਵੀ ਸੋਹਣੀ ਆ, ਪਲੇਅਰ ਵੀ ਵਧੀਆ ਨੇ, ਸਾਰੇ ਯੂਰਪੀਅਨ ਲੀਗ 'ਚ ਵਧੀਆ ਖੇਡਦੇ ਨੇ, ਤੇ ਬਟ ਜਿਵੇਂ ਅੱਜ ਆਸਟ੍ਰੇਲੀਆ ਨੇ ਖੇਡਿਆ, ਮਤਲਬ ਟੋਟਲੀ ਉਹਨਾਂ ਵਾਲੀ ਗੇਮ ਨਹੀਂ ਸੀਗੀ। ਹਾਂ, ਪਰ ਇਹ ਵੀ ਜਿਹੜੇ ਹੁਣ ਅੱਜ ਉਹਦਾ ਰਿਜ਼ਲਟ ਆਏ ਆ, ਤੇ ਜਿਹੜਾ ਅੱਗੇ ਬ੍ਰੈਕਟ ਬਣੀ ਆ, ਇਹਦੇ ਨਾਲ ਸਾਰੇ ਖੁਸ਼ ਨੇ। ਹਾਂਜੀ, ਅਰਜਨਟੀਨਾ ਵੀ ਖੁਸ਼ ਆ ਵੀ ਫਰਾਂਸ ਨਾਲ ਨਹੀਂ, ਸਾਨੂੰ ਆਸਟ੍ਰੇਲੀਆ ਨਾਲ ਖੇਡਣਾ ਮਿਲੂਗਾ। ਫਰਾਂਸ ਵੀ ਖੁਸ਼ ਆ ਵੀ ਜਦ ਸਾਨੂੰ ਪੋਲੈਂਡ ਦੇ ਨਾਲ ਖੇਡਣਾ ਮਿਲੂਗਾ, ਵੀ ਅਰਜਨਟੀਨਾ ਦੇ ਨਾਲ ਨਹੀਂ। ਐਨੀਵੇਜ਼ ਬਿਫੋਰ ਕੁਆਟਰ ਫਾਈਨਲ ਜਾਂ ਸੈਮੀਫਾਈਨਲ ਅਰਜਨਟੀਨਾ ਵਰਸਸ ਫਰਾਂਸ ਦੇਖਣਾ ਹੋਵੇ ਤਾਂ ਇੱਕ ਤਗੜੀ ਟੀਮ ਨੇ ਐਲੀਮੀਨੇਟ ਹੋ ਜਾਣਾ। ਈਵਨ ਜਿਹੜੇ ਦਰਸ਼ਕ ਦੇਖਣ ਵਾਲੇ ਉਹਨਾਂ ਦਾ ਵੀ ਦਿਲ ਟੁੱਟਦਾ ਆ। ਬਿਲਕੁਲ ਜੀ, ਬਿਲਕੁਲ। ਬਾਕੀ ਇਹ ਜਿਹੜੀ ਇਹ ਲੈਗ ਨੇ, ਇਹਨੇ ਜਾ ਕੇ ਐਂਡ ਤੇ ਬ੍ਰਾਜ਼ੀਲ ਨਾਲ ਸੈਮੀਫਾਈਨਲ ਖੇਡਣਾ। ਹਾਂ, ਇਹ ਹੁਣ ਜਿਹੜੀਆਂ ਵੀ ਟੀਮਸ ਦੇਖਦੀਆਂ, ਇਹ ਹੁਣ ਤੁਸੀਂ ਕਹੀ ਜਾਂਦੇ ਆ ਬ੍ਰਾਜ਼ੀਲ ਦੇਖੋ, ਕੱਲ ਤੁਸੀਂ ਫਰਾਂਸ ਜਿਤਾਈ ਜਾਂਦੇ ਸੀ, ਅੱਜ ਵਿਚਾਰਿਆਂ ਦਾ ਹਾਲ ਮਾੜਾ ਹੋਇਆ। ਉਹ ਚਲੋ ਟੀਮਸ ਚੇਂਜਸ ਜ਼ਿਆਦਾ, ਫੁੱਲ ਸਟਰੈਂਥ ਟੀਮ ਤੇ ਨਹੀਂ ਇਹ ਆਈ ਜਾਂਦਾ, ਹਨਾ। ਤੇ ਚਲੋ ਹੋਪਫੁਲੀ ਨਹੀਂ, ਆਪਾਂ ਦੇਖਦੇ ਆ ਵੀ ਹੁਣ ਕੱਲ ਨੂੰ ਤਾਂ ਮੈਨੂੰ ਲੱਗਦਾ ਠੀਕ, ਅਗਲੀਆਂ ਜਿਹੜੀਆਂ ਗੇਮਾਂ ਉਹਦੇ ਵਿੱਚ ਤੇ ਪੰਗਾ ਨਹੀਂ ਹੁਣ ਕੋਈ ਵੀ ਲਊਗਾ। ਹਾਂਜੀ, ਨਹੀਂ ਇੰਨਾ ਹੀ ਚੇਂਜਸ ਕਰਨੀਆਂ ਵੀ ਨਹੀਂ ਚਾਹੀਦੀਆਂ। ਤੇ ਕੱਲ ਦੀਆਂ ਗੇਮਸ ਦੇ ਵਿੱਚ ਵੀ ਆਪਾਂ ਥੋੜੀ ਜਿਹੀ ਨਜ਼ਰ ਮਾਰੀਏ ਤੇ ਕੀ ਆ। ਸੋ ਇੱਕ ਵਾਰੀ ਫਿਰ ਅੱਜ ਦੇ ਸਰੋਤਿਆਂ ਨੂੰ ਜਿਹੜਾ ਦੱਸ ਦਈਏ ਵੀ ਅੱਜ ਦੀਆਂ ਗੇਮਾਂ 'ਚ ਕੀ ਹੋਇਆ। ਫਰਾਂਸ ਟਿਊਨੀਸ਼ੀਆ ਦੇ ਗਰੁੱਪ ਡੀ ਦੇ ਮੁਕਾਬਲੇ 'ਚ ਟਿਊਨੀਸ਼ੀਆ ਨੇ ਫਰਾਂਸ ਨੂੰ 1-0 ਨਾਲ ਹਰਾਇਆ, ਪਰ ਫਰਾਂਸ ਪਹਿਲਾਂ ਹੀ ਕੁਆਲੀਫਾਈ ਕਰ ਚੁੱਕਾ ਰਾਊਂਡ ਆਫ 16 ਦੇ ਲਈ। ਉਧਰ ਆਸਟ੍ਰੇਲੀਆ ਨੇ ਡੈਨਮਾਰਕ ਨੂੰ 1-0 ਨਾਲ ਹਰਾ ਕੇ ਗਰੁੱਪ ਡੀ ਦੇ ਵਿੱਚ ਫਰਾਂਸ ਤੇ ਆਸਟ੍ਰੇਲੀਆ ਉਹ ਅੱਗੇ ਪਹੁੰਚ ਗਏ ਆ। ਗਰੁੱਪ ਸੀ ਦੇ ਮੁਕਾਬਲੇ ਹੋਏ ਪੋਲੈਂਡ ਤੇ ਅਰਜਨਟੀਨਾ ਦੇ ਵਿੱਚ, ਅਰਜਨਟੀਨਾ ਨੇ 2-0 ਦੇ ਨਾਲ ਪੋਲੈਂਡ ਨੂੰ ਹਰਾਤਾ, ਅਰਜਨਟੀਨਾ ਅੱਗੇ ਪਹੁੰਚ ਗਿਆ। ਉਧਰ ਮੈਕਸੀਕੋ ਨੇ ਸਾਊਦੀ ਅਰੇਬੀਆ ਨੂੰ 2-1 ਦੇ ਨਾਲ ਹਰਾਤਾ, ਪਰ ਕਿਉਂਕਿ ਪੋਲੈਂਡ ਤੇ ਮੈਕਸੀਕੋ ਦੇ ਵਿੱਚ ਗੋਲ ਡਿਫਰੈਂਸ ਪੁਆਇੰਟਸ ਦੋਨਾਂ ਦੇ ਬਰਾਬਰ ਸੀਗੇ, ਪਰ ਗੋਲ ਡਿਫਰੈਂਸ ਫਰਕ ਹੋਣ ਕਰਕੇ ਪੋਲੈਂਡ ਜਿਹੜਾ ਆ ਉਹ ਰਾਊਂਡ ਆਫ 16 ਦੇ ਲਈ ਕੁਆਲੀਫਾਈ ਕਰ ਗਿਆ ਆ। ਜਿਹੜੇ ਰਾਊਂਡ ਆਫ 16 ਦੀ ਸ਼ੁਰੂਆਤ USA ਦੀ ਗੇਮ ਦੇ ਨਾਲ ਹੋਣੀ, USA ਨੀਦਰਲੈਂਡ ਦੇ ਨਾਲ, ਤੇ ਨਾਲ ਹੀ ਫਿਰ ਅਰਜਨਟੀਨਾ ਆਸਟ੍ਰੇਲੀਆ ਦੀ ਗੇਮ ਆ, ਫਰਾਂਸ ਪੋਲੈਂਡ ਦੀ, ਤੇ ਇੰਗਲੈਂਡ ਸੈਨੇਗਲ ਦੀ ਗੇਮ ਆ। ਤੇ ਕੱਲ ਦੀਆਂ ਹੋਣ ਵਾਲੀਆਂ ਗੇਮਾਂ ਦੇ ਵਿੱਚ ਮੈਨੂੰ ਲੱਗਦਾ ਇੱਕੋ ਇੱਕ ਏਸ਼ੀਅਨ ਪਾਵਰ ਹਾਊਸ ਜਾਪਾਨ ਦਾ ਮੁਕਾਬਲਾ ਸਪੇਨ ਦੇ ਨਾਲ ਜਿਹੜਾ ਉਹ ਦੇਖਣ ਨੂੰ ਜਿਹੜਾ ਉਹ ਮਿਲਣਾ ਆ। ਸੋ ਕੱਲ ਦੀਆਂ 4 ਗੇਮਸ ਦੇ ਉੱਤੇ ਜੇ ਆਪਾਂ ਨਜ਼ਰ ਮਾਰੀਏ, ਤੁਸੀਂ ਕੀ ਪਿਕ ਕਰ ਰਹੇ ਹੋ ਇਸ ਵਾਰ? ਨਹੀਂ, ਗਰੁੱਪ ਈ ਵੀ ਕਾਫੀ ਜਿਹੜੇ ਗਰੁੱਪ ਐਤਕੀ ਨਾ ਜ਼ਿਆਦਾ ਨਹੀਂ ਹੋ ਹੀ ਜਾਂਦਾ ਹੁੰਦਾ ਵੀ ਇੱਕ ਟੀਮ ਬਾਹਰ ਹੋ ਗਈ ਐਤਕੀ, ਜ਼ਿਆਦਾ ਗਰੁੱਪ ਸਟੇਜ ਸੀਨ ਨਹੀਂ ਬਣੇਗਾ, ਲਗਭਗ 4 ਟੀਮਾਂ ਹਜੇ ਵੀ ਕੁਆਲੀਫਾਈ ਕਰ ਸਕਦੀਆਂ ਨੇ, ਹਨਾ। ਅੱਜ ਵਾਂਗੂ ਹੀ ਰਹਿਣਾ ਕਿਉਂਕਿ ਗਰੁੱਪ ਈ 'ਚ ਵੀ ਕੋਸਟਾਰੀਕਾ, ਜਰਮਨੀ, ਜਾਪਾਨ, ਸਪੇਨ ਆਲਮੋਸਟ ਚਲੀ ਗਈ ਆ, ਤੇ ਦੂਜੀਆਂ ਜਿਹੜੀਆਂ ਹੈਗੀਆਂ ਨੇ 3 ਟੀਮਾਂ ਉਹਨਾਂ 'ਚੋਂ ਕੋਈ ਵੀ ਜਾ ਸਕਦੀ ਹੈ।
ਹੈਨਾ। ਸੋ ਇਹ ਕੈਨੇਡਾ ਦੇ ਵਿਚਾਰੇ ਬਾਹਰ ਹੋ ਗਏ ਸੀਗੇ ਕਿਉਂਕਿ ਦੋਨਾਂ ਦੇ ਜਿਹੜੇ ਉਹ ਹਾਰ ਹੋ ਗਈ ਸੀਗੀ। ਕੱਲ ਕ੍ਰੋਏਸ਼ੀਆ ਤੇ ਬੈਲਜੀਅਮ ਦਾ ਮੁਕਾਬਲਾ ਹੈ। ਹਾਂਜੀ, ਉਹ ਵੀ ਬੜਾ ਇੰਟਰਸਟਿੰਗ ਹੋਣਾ ਕਿਉਂਕਿ ਬੈਲਜੀਅਮ ਨੰਬਰ 2 ਟੀਮ ਆ ਤੇ ਉਹਨਾਂ ਨੂੰ ਜਿੱਤਣਾ ਹੀ ਪੈਣਾ, ਉਹਨਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗੀ, ਹੋਰ ਕੋਈ ਆਪਸ਼ਨ ਨਹੀਂ ਆ। ਤੇ ਜੇ ਉਧਰ ਮੋਰਾਕੋ ਦਾ ਕੈਨੇਡਾ ਦਾ ਮੈਚ ਆ, ਪਰ ਮੋਰਾਕੋ ਨੇ ਉਹ ਜੇ ਜਿੱਤ ਗਏ, ਜਿਹੜੇ ਲੱਗਦੇ ਜ਼ਿਆਦਾ ਚਾਂਸ ਉਹਨਾਂ ਦੇ ਹੈਗੇ ਆ, ਤੇ ਉਹ ਫਿਰ ਤਾਂ ਕੋਈ ਮੈਟਰ ਨਹੀਂ ਕਰਦਾ ਵੀ ਬੈਲਜੀਅਮ ਕੀ ਕਰਦੀ ਹੈ। ਪਰ ਜੇ ਮੋਰਾਕੋ ਹਾਰ ਜਾਂਦੀ ਹੈ, ਡਰਾਅ ਕਰਦੀ ਹੈ, ਫਿਰ ਬੈਲਜੀਅਮ ਕੋਲ ਚਾਂਸ ਹੈਗਾ ਆਪਦੀ ਗੇਮ ਜਿੱਤ ਕੇ ਅੱਗੇ ਜਾਣ ਦਾ। ਨਹੀਂ, ਇਨਫੈਕਟ ਜੇ ਬੈਲਜੀਅਮ ਕ੍ਰੋਏਸ਼ੀਆ ਦਾ ਮੁਕਾਬਲਾ ਆ ਤੇ ਜੇ ਬੈਲਜੀਅਮ ਜਿੱਤਦੀ ਆ ਤਾਂ ਬੈਲਜੀਅਮ ਕ੍ਰੋਏਸ਼ੀਆ ਤੋਂ ਉੱਤੇ ਚਲੇ ਜਾਣੀ ਆ। ਹਾਂਜੀ ਹਾਂ, ਪਰ ਫਿਰ ਐਂ ਵੀ ਨਾ, ਫਿਰ ਉਹ ਗੋਲ ਡਿਫਰੈਂਸ ਤੇ ਆ ਜਾਣਾ ਵੀ ਕਿਵੇਂ ਆ, 6 ਪੁਆਇੰਟ ਉਹਦੇ ਹੋ ਜਾਣਗੇ। ਮੋਰੋਕੋ ਜੇ ਜਿੱਤ ਜਾਂਦੀ ਆ ਉਹਦੇ 7 ਪੁਆਇੰਟ ਹੋ ਜਾਣਗੇ। ਸੋ ਫਿਰ ਇਹ ਦੋ ਟੀਮਾਂ ਜਾ ਸਕਦੀਆਂ। ਸੋ ਬੈਲਜੀਅਮ ਤੇ ਮੇਰੇ ਹਿਸਾਬ ਦੇ ਨਾਲ ਬੈਲਜੀਅਮ ਤੇ ਕ੍ਰੋਏਸ਼ੀਆ ਦੀ ਗੇਮ 'ਚ ਜਿਹੜਾ ਜਿੱਤਦਾ ਆ ਉਹ ਕੁਆਲੀਫਾਈ ਕਰਦਾ। ਮੋਰੋਕੋ ਸ਼ਾਇਦ ਜੇ ਟਾਈ ਕਰਾ ਜਾਂਦੇ ਆ ਕੈਨੇਡਾ ਵਾਲੇ, ਕਿਸੇ ਦਾ ਬੈਲਜੀਅਮ ਵਾਲਿਆਂ ਦਾ ਕਿਤੇ ਪਾਕੀ ਨਾ ਪੂਰ ਜਣ ਜਾਂਦੇ ਸੋ ਯੂ ਨੈਵਰ ਨੋ। ਇਹ ਗੇਮ ਕੱਲ ਨੂੰ ਵੀ ਵਧੀਆ ਹੋਣੀ ਹੈ। ਬੈਲਜੀਅਮ ਕ੍ਰੋਏਸ਼ੀਆ ਗੇਮ ਵਧੀਆ ਹੋਗੀ, ਦੋਨੇ ਸੋਹਣੀ ਵਧੀਆ ਟੀਮਸ ਨੇ, ਹਨਾ। ਮੈਨੂੰ ਤਾਂ ਏਦਾਂ ਲੱਗਦਾ ਵੀ ਜਿਹੜੀਆਂ ਆ ਜਿਹੜੇ ਥਰਡ ਗੇਮ ਹੁੰਦੀ ਹੈ ਕੁਆਲੀਫਾਈਂਗ ਰਾਊਂਡ ਦੇ ਵਿੱਚ, ਇਹ ਸਭ ਤੋਂ ਜ਼ਿਆਦਾ ਜਿਹੜੀਆਂ ਇੰਟਰਸਟਿੰਗ ਜਿਹੜੀਆਂ ਇਹਦੇ ਵਿੱਚ ਰਹਿੰਦੀਆਂ ਨੇ। ਹਾਂਜੀ ਹਾਂ, ਵੀ ਕੌਣ ਜਾਊਗਾ, ਕੌਣ ਕਿੱਦਾਂ ਕਰੂਗਾ, ਕਿਵੇਂ ਹੋਊਗਾ। ਐਲੀਮੀਨੇਸ਼ਨ ਦੇ ਵਿੱਚ ਤਾਂ ਚਲੋ ਪਤਾ ਹੈ ਵੀ ਐਲੀਮੀਨੇਟ ਜਿਹੜੇ ਹੋ ਜਾਣੇ, ਇੱਕ ਦੂਜੇ ਦੇ ਉੱਤੇ ਜਿਹੜੀ ਆ ਬਹੁਤ ਜ਼ਿਆਦਾ ਟੇਕ ਜਿਹੜੀ ਉਹ ਰਹਿੰਦੀ ਆ। ਉਧਰ ਜਰਮਨੀ ਹਾਰੇ ਸੀਗੇ ਅਜੇ ਦੇਖੋ ਉਹ ਚੌਥੇ ਨੰਬਰ ਤੇ ਚੱਲ ਰਹੇ ਆਪਣੇ ਗਰੁੱਪ ਦੇ ਵਿੱਚ। ਸਪੇਨ, ਜਾਪਾਨ, ਕੋਸਟਾਰੀਕਾ, ਇਨ ਤਿੰਨਾਂ ਨੇ ਇੱਕ ਗੇਮ ਜਿੱਤੀ ਆ ਤੇ ਜਰਮਨੀ ਵਾਲੇ ਜਿਹੜੇ ਆ ਉਹ ਹੁਣ ਦੇਖੋ ਵੀ ਉਹ ਤੁਹਾਨੂੰ ਕੀ ਲੱਗਦਾ ਵੀ ਜਰਮਨੀ ਵਾਲੇ ਕਰ ਸਕਣਗੇ ਕੁਛ ਇਸ ਵਾਰ? ਕੱਲ ਨੂੰ ਕੋਸਟਾਰੀਕਾ ਨੂੰ ਹਰਾ ਦੇਣਗੇ। ਅੱਛਾ, ਹਾਂਜੀ ਹਾਂ, ਕੋਸਟਾਰੀਕਾ ਤੇ ਜਾਪਾਨ ਨੂੰ ਹਰਾਇਆ, ਜਾਪਾਨ ਤੋਂ ਇਹ ਹਾਰੇ ਆ। ਹੁਣ ਇਹ ਪਤਾ ਨਹੀਂ ਕੀ ਸਾਰਾ ਮਿਕਸ ਹੋਇਆ ਪਿਆ ਕੰਮ। ਬਟ ਜਰਮਨੀ ਕੱਲ ਨੂੰ ਜਿੱਤ ਜਾਣਾ ਚਾਹੀਦਾ ਕੋਸਟਾਰੀਕਾ ਦਾ, ਪਰ ਫਿਰ ਵੀ ਇਹਨਾਂ ਦੇ ਆਪਦੇ ਹੱਥ 'ਚ ਨਹੀਂ ਹੈਗਾ। ਜਾਪਾਨ ਸਪੇਨ ਦੀ ਗੇਮ ਤੇ ਡਿਪੈਂਡ ਕਰਦਾ, ਹਨਾ। ਤੇ ਜੇ ਉਹ ਡਰਾਅ ਰਹਿ ਜਾਂਦੀ ਆ ਤੇ ਫਿਰ ਗੋਲ ਡਿਫਰੈਂਸ ਫਿਰ ਉਹੀ ਆ ਜਾਣਾ। ਜੇ ਜਾਪਾਨ ਹਰਾ ਦਿੰਦਾ ਤਾਂ ਇਹਨਾਂ ਦਾ ਕੋਈ ਚਾਂਸ ਨਹੀਂ ਹੈਗਾ। ਹਾਂਜੀ, ਫਿਰ ਤਾਂ ਖਤਮ ਆ ਸਪੇਨ ਦਾ, ਕਿਉਂਕਿ ਗੋਲ ਡਿਫਰੈਂਸ ਬਹੁਤ ਜ਼ਿਆਦਾ ਆ, ਉਹਨਾਂ ਨਾਲ ਤਾਂ ਕੰਪੀਟ ਨਹੀਂ। ਕੋਸਟਾਰੀਕਾ ਹੀ ਆ ਜਿਨ੍ਹਾਂ ਨੇ ਫਿਰ 7 ਗੋਲ ਸਪੇਨ ਨੇ ਕੀਤੇ ਹੋਣੇ, ਇਹਨਾਂ ਨਾਲ 8 ਕਰ ਜਾਣ ਕੱਲ ਨੂੰ। ਉਹ ਗੱਲ ਹੋਰ ਆ, ਉਹ ਦੇਖਦੇ ਆ ਕੀ ਬਣਦਾ। ਤੇ ਬਟ ਜ਼ਿਆਦਾ ਚਾਂਸ ਮੈਨੂੰ ਲੱਗਦਾ ਵੀ ਇਸ ਗਰੁੱਪ 'ਚੋਂ ਵੀ ਸਪੇਨ ਤੇ ਜਾਪਾਨ ਦੇ ਨੇ। ਜਰਮਨੀ ਮੈਨੂੰ ਲੱਗਦਾ ਰਹਿ ਜੂਗੀ ਇਸ ਵਾਰ। ਤੁਹਾਨੂੰ ਲੱਗਦਾ ਹੈ ਜਰਮਨੀ ਰਹਿ ਜੂਗੀ? ਚਲੋ ਵਿਲ ਸੀ ਜਿਹੜਾ ਕੀ ਬਣਦਾ। ਪਰ ਗੇਮ ਇੰਟਰਸਟਿੰਗ ਹੋਣੀ ਹੈ, ਹਨਾ। ਇਹ ਜਿਹੀ ਦੇਖਣ ਦਾ ਫਾਇਦਾ ਹੁੰਦਾ ਜਦੋਂ ਇੰਟਰਸਟ ਬਣਦਾ ਵੀ ਹਾਂ ਹੁਣ ਕੀ ਹੋਣਾ। ਕੱਲ ਨੂੰ 11 ਵਜੇ ਨੇ ਗੇਮਸ ਦੋਨੇ। ਨਹੀਂ, ਹੁਣ ਇਹ ਥੋੜੀ ਵੀ ਅਫਰੀਕਾ ਤੇ ਯੂਰਪ ਨੇ ਠੇਕਾ ਲਿਆ ਫੁੱਟਬਾਲ ਦਾ, ਫਿਰ ਇੱਕ ਤੇ ਏਸ਼ੀਆ ਵਾਲਾ ਵੀ ਜਾਣਾ ਚਾਹੀਦਾ ਹੈ ਅੱਗੇ, ਹਨਾ। ਇਹ ਵੀ ਚੰਗਾ ਲੱਗਦਾ ਹੈ। ਦੈਟਸ ਗੁੱਡ। ਚਲੋ ਦੇਖਦੇ ਕੀ ਹੁੰਦਾ ਕੱਲ ਨੂੰ, ਫਿਰ ਦੱਸਾਂਗੇ ਜੀ ਫਿਰ ਆ ਕੇ ਵੀ ਕੀ ਬਣਿਆ, ਕੌਣ ਜਿੱਤਿਆ, ਕੌਣ ਹਾਰਿਆ, ਇਹਨਾਂ ਦੋ ਗਰੁੱਪਾਂ ਦੇ ਵਿੱਚੋਂ ਕੌਣ ਅੱਗੇ ਜਿਹੜਾ ਹੋ ਜਾਊਗਾ। ਸੋ ਇਦਾਂ ਹੀ FIFA ਅਪਡੇਟਸ ਦੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਜੁੜੇ ਰਹੋ। ਤੇ ਅਰਸ਼ਦੀਪ ਸਿੰਘ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਕੱਲ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।